ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਸੁਣ ਰਹੇ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। 4 ਮਈ ਨੂੰ ਲੈ ਕੇ ਹਜੇ ਵੀ ਬਹੁਤ ਸਾਰੀਆਂ ਮਿਸ ਅੰਡਰਸਟੈਂਡਿੰਗਾਂ ਨੇ, ਸ਼ਾਇਦ ਮਿਸ ਇਨਫੋਰਮੇਸ਼ਨ ਨੇ। ਇਸ ਕਰਕੇ ਅਸੀਂ ਵੀਡੀਓ ਦੁਬਾਰਾ ਬਣਾ ਰਹੇ ਹਾਂ 4 ਮਈ ਤੇ ਕੱਲ੍ਹ ਨੂੰ ਕੀ ਹੋ ਸਕਦਾ ਕੀ ਨਹੀਂ। ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਊਟੋ certificazione ਜਿਹੜਾ ਫਾਰਮ ਆ ਘਰ ਤੋਂ ਬਾਹਰ ਨਿਕਲਣ ਦੇ ਲਈ ਜਿਹਦੀ ਸਾਨੂੰ ਲੋੜ ਸੀ, ਉਹ ਹੁਣ ਕਿਹਨਾਂ ਨੇ ਭਰਨਾ ਤੇ ਕਿੱਥੇ ਕਿੱਥੇ ਉਹਦੀ ਲੋੜ ਆ। ਉਸ ਤੋਂ ਬਾਅਦ ਅਸੀਂ ਹੋਰ 12 ਸਵਾਲਾਂ ਬਾਰੇ ਗੱਲ ਕਰਾਂਗੇ। 4 ਮਈ ਨੂੰ ਕਿਹੜੀਆਂ ਚੀਜ਼ਾਂ ਚੱਲ ਸਕਦੀਆਂ, ਮਾਸਕ ਵੱਡਿਆਂ ਨੇ ਪਾਉਣਾ ਜਾਂ ਨਹੀਂ ਪਾਉਣਾ, ਬੱਚਿਆਂ ਨੂੰ ਪਾਉਣ ਦੀ ਲੋੜ ਹੈ ਜਾਂ ਨਹੀਂ, ਸਾਡੇ ਕੋਲ ਦੂਜਾ ਘਰ ਅਸੀਂ ਉੱਥੇ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ, ਅਸੀਂ ਆਪਣੇ ਸੱਜਣ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ, ਕਿਸੇ ਧਾਰਮਿਕ ਸਥਾਨ ਉੱਤੇ ਜਾਣ ਦੀ ਇਜਾਜ਼ਤ ਹੈ ਜਾਂ ਨਹੀਂ, ਸਾਈਕਲ ਵਿੱਚ ਤੁਰਨ ਲਈ ਕਸਰਤ ਕਰਨ ਦੇ ਲਈ ਕੋਈ ਪਾਬੰਦੀ ਲੱਗੀ ਹੈ ਜਾਂ ਨਹੀਂ ਲੱਗੀ, ਪਬਲਿਕ ਵਾਹਨ ਆ ਜਿਹੜੇ ਪਬਲਿਕ ਆਵਾਜਾਈ ਹੈ ਟਰਾਂਸਪੋਰਟ ਆ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਜਾਂ ਨਹੀਂ ਯੂਜ਼ ਕਰ ਸਕਦੇ, ਅਸੀਂ ਕੰਮ 'ਤੇ ਕਿਸ ਹਿਸਾਬ ਦੇ ਨਾਲ ਜਾ ਸਕਦੇ ਹਾਂ। ਜਿਹੜੀਆਂ ਜ਼ੋਨ ZTL ਦੇ ਵਿੱਚ ਉਹ ਖੁੱਲ੍ਹੇ ਨੇ, ZTL ਜ਼ੋਨ ਟ੍ਰੈਫਿਕ ਲਿਮਿਟਾto ਪਾਰਕਿੰਗਾਂ ਕਿੱਦਾਂ ਹੁਣ ਵੀ ਫ੍ਰੀ ਨੇ ਜਾਂ ਹੁਣ ਉਹਨਾਂ ਦੇ ਪੈਸੇ ਦੇਣੇ ਪੈਣੇ ਆ। ਜਿਹੜਾ ਸਮਾਨ ਅਸੀਂ ਖਾਣ ਪੀਣ ਦਾ ਸਮਾਨ ਆ ਉਹਦਾ ਔਡਰ ਕਰਨਾ ਲੈ ਕੇ ਜਾ ਸਕਦੇ ਹਾਂ। ਰੈਸਟੋਰੈਂਟਾਂ ਦਾ ਕੀ ਹਿਸਾਬ ਕਿਤਾਬ ਆ, ਅਤੇ ਜੇ ਅਸੀਂ ਕੋਈ ਇਲੈਕਟ੍ਰੋਨਿਕ ਚੀਜ਼ ਇੱਦਾਂ ਦੀ ਚੀਜ਼ ਖਰੀਦੀਏ ਕਿਰਾਏ 'ਤੇ ਲਈ ਜਿਹਦੇ ਨਾਲ ਪ੍ਰਦੂਸ਼ਣ ਘੱਟ ਹੁੰਦਾ, ਕੀ ਉਹਦੇ 'ਤੇ ਸਾਨੂੰ ਕੋਈ ਡਿਸਕਾਊਂਟ ਮਿਲਣਾ, ਜਾਂ ਫਿਰ ਹੋਰ ਵੀ ਕਾਫੀ ਇੱਦਾਂ ਦੀਆਂ ਖਬਰਾਂ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਹੋਣਾ ਚਾਹੀਦਾ, ਜੋ ਕਿ ਇਸ ਹੋਰ ਵੀ ਬਹੁਤ ਸਾਰੀਆਂ ਨਿਊਜ਼ ਹੈ ਜਿਨ੍ਹਾਂ ਬਾਰੇ ਅਸੀਂ ਇਸ ਸ਼ਾਮ ਦੀਆਂ ਖਬਰਾਂ ਦੇ ਵਿੱਚ ਅਸੀਂ ਆਪਣੀਆਂ 'ਚ ਗੱਲ ਕਰਾਂਗੇ ਜੀ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਮੋਦੂਲੋ ਦੀ ਆਊਟੋ certificazione ਜਿਹੜਾ ਫਾਰਮ ਆ ਘੁੰਮਣ ਫਿਰਨ ਦੇ ਲਈ, ਕਿਸੇ ਵੀ ਪਾਸੇ ਮੂਵਮੈਂਟ ਕਰਨ ਦੇ ਲਈ ਇਟਲੀ ਦੇ ਵਿੱਚ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ 3 ਵਾਰ ਬਦਲ ਚੁੱਕਾ, ਹੁਣ ਫਿਰ ਉਹ ਬਦਲ ਚੁੱਕਾ ਜੀ। ਪਰ ਤੁਹਾਨੂੰ ਨਵਾਂ ਫਾਰਮ ਡਾਊਨਲੋਡ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਫਾਰਮ ਪੁਲਿਸ ਵਾਲਿਆਂ ਕੋਲ ਵੀ ਹੁੰਦਾ, ਇਸ ਕਰਕੇ ਉਹ ਵੀ ਤੁਹਾਡਾ ਫਾਰਮ ਭਰ ਸਕਦੇ ਆ। ਸਭ ਤੋਂ ਮੇਨ ਗੱਲ ਇਹਦੇ ਵਿੱਚ ਇੱਕ ਨਵੀਂ ਚੀਜ਼ ਕੀ ਆਈ ਜੀ, ਨਵੀਂ ਇਹ ਚੀਜ਼ ਆਈ ਹੈ ਜਿਸ ਟਾਈਮ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੁੰਦਾ ਉਸ ਟਾਈਮ ਇਹ ਭਰਨਾ ਹੁੰਦਾ। ਪ੍ਰਾਈਵੇਸੀ ਦੇ ਲਈ ਸਿਰਫ ਐਡਰੈਸ ਜਿੱਥੋਂ ਤੁਰੇ ਆ ਜਿੱਥੇ ਨੂੰ ਜਾਣਾ ਉਹੀ ਚੀਜ਼ਾਂ, ਅਤੇ ਤੀਜੇ ਨੰਬਰ 'ਤੇ ਜਿਹੜੀ ਭਰਦੀ ਹੈ situazione ਦੀ necessità ਭਰਨਾ, ਜਿਹੜਾ ਲਿਖਿਆ ਹੁੰਦਾ ਜਿੱਥੇ ਲਿਖਿਆ ਆ questo riguardo dichiara ਕਿ ਅੱਛਾ ਇੱਕ ਹੋਰ ਗੱਲ, ਜੇਕਰ ਤੁਹਾਡੇ ਕੋਲ ਪੁਰਾਣਾ ਮੋਦੂਲੋ ਹੈਗਾ ਤਾਂ ਤੁਸੀਂ ਆਪਣਾ ਪੁਰਾਣਾ ਮੋਦੂਲੋ ਵੀ ਯੂਜ਼ ਕਰ ਸਕਦੇ ਹੋ। ਆਪਣੇ ਰਿਸ਼ਤੇਦਾਰ ਦਾ ਜਿਸ ਨੂੰ ਤੁਸੀਂ ਮਿਲਣ ਚੱਲੇ ਆ ਉਸ ਦੀ ਰਿਸ਼ਤੇਦਾਰੀ ਦੱਸਣੀ ਆ, ਗਰਾਦੋ ਦੀ ਪਰੰਤੀਲਾ ਦੱਸਣਾ ਵੀ 6ਵੇਂ ਗਰਾਦੋ ਤੱਕ 6ਵੇਂ ਲੈਵਲ ਤੱਕ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਸਕਦੇ ਹੋ। ਉਹਦਾ ਨਾਮ ਨਹੀਂ ਲਿਖਣਾ ਪ੍ਰਾਈਵੇਸੀ ਕਰਕੇ। ਜੇਕਰ ਤੁਸੀਂ ਕੰਮ ਤੇ ਜਾ ਰਹੇ ਹੋ ਤੇ ਕੰਮ ਤੇ ਜਾਣ ਦੇ ਲਈ ਹੁਣ ਤੁਹਾਨੂੰ ਆਪਣਾ ਆਊਟੋ certificazione ਦੀ ਲੋੜ ਨਹੀਂ ਪੈਣੀ। ਆਊਟੋ certificazione ਦੀ ਜਗ੍ਹਾ ਜੇਕਰ ਤੁਹਾਡੇ ਕੋਲ ਕੰਮ ਦਾ ਕੋਈ ਵੀ ਤਹਿਸੀਲ ਜਾਂ ਫਿਰ ਕਾਰਡ ਵਾ ਉਹ ਤੁਸੀਂ ਸ਼ੋਅ ਕਰ ਸਕਦੇ ਹੋ ਜੀ। ਇਟਲੀ ਦੇ ਵਿੱਚ 2 ਮਹੀਨੇ ਦੇ ਲੋਕਡਾਊਨ ਤੋਂ ਬਾਅਦ ਤਕਰੀਬਨ 78 ਲੱਖ ਕੰਮ ਕਰਨ ਵਾਲੇ ਬੰਦਿਆਂ ਨੂੰ ਘਰ ਬਿਠਾਇਆ ਗਿਆ ਸੀ। ਹੁਣ ਤਕਰੀਬਨ 45 ਲੱਖ ਬੰਦਾ ਦੁਬਾਰਾ ਕੰਮ ਤੇ ਲੱਗਣਾ ਸ਼ੁਰੂ ਹੋ ਜਾਣਾ ਜੀ। 4 ਮਈ ਤੋਂ ਸਿਰਫ ਉਹੀ ਦੁਕਾਨਾਂ ਉਹੀ ਕੰਮ ਹੀ ਖੋਲ੍ਹ ਸਕਦੇ ਨੇ ਜਿਹੜਾ ਕੋਡੀci Ateco ਦੀ ਲਿਸਟ ਦਿੱਤੀ ਗਈ ਹੈ। ਉਹਨਾਂ ਦੀ ਆਪਣੀ ਸਰਕਾਰ ਦੀ ਵੈਬਸਾਈਟ ਉੱਤੇ ਜਿਹੜੀ ਲਿਸਟ ਦਿੱਤੀ ਗਈ, ਸਿਰਫ ਉਹੀ ਕੋਡੀci Ateco ਵਾਲੇ ਬੰਦੇ ਆਪਣਾ ਕੰਮ ਖੋਲ੍ਹ ਸਕਦੇ ਨੇ। ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਉਹ alimentari ਦੀ ਜਿਹੜੀਆਂ ਦੁਕਾਨਾਂ ਨੇ ਖੁੱਲ੍ਹੀਆਂ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਜਿਹੜੀ ਦੂਰੀ ਰੱਖਣ ਦਾ ਕੰਮ ਜ਼ਰੂਰੀ ਹੋਣਾ ਚਾਹੀਦਾ ਕਿ ਇੱਕ ਬੰਦੇ ਤੋਂ ਦੂਜੇ ਦੀ ਦੂਰੀ ਘੱਟ ਤੋਂ ਘੱਟ 1 ਮੀਟਰ ਦੀ ਹੋਣੀ ਜ਼ਿਆਦਾ ਜ਼ਰੂਰੀ ਹੈ ਜੀ। ਜਿੰਨੇ ਵੀ ਬਾਰਬਰ ਸ਼ਾਪ ਨੇ ਜਾਂ ਫਿਰ ਬਿਊਟੀ ਪਾਰਲਰ ਦੀਆਂ ਦੁਕਾਨਾਂ, ਇਹ ਸਾਰੀਆਂ ਤਕਰੀਬਨ 1 ਜੂਨ ਤੋਂ ਡੇਟ ਦਿੱਤੀ ਗਈ ਹੈ ਜੀ, ਇਹ ਸਾਰੀਆਂ 1 ਜੂਨ ਤੋਂ ਦੁਬਾਰਾ ਖੁੱਲ੍ਹ ਸਕਣਗੀਆਂ। ਕੱਪੜੇ ਬੂਟਾਂ ਦੀਆਂ ਦੁਕਾਨਾਂ ਜਾਂ ਫਿਰ ਹੋਰ ਇੱਦਾਂ ਦੀਆਂ ਜਿਹੜੀਆਂ ਦੁਕਾਨਾਂ ਇਹਨਾਂ ਨੂੰ ਤਾਂ ਘੱਟ ਤੋਂ ਘੱਟ 2 ਹਫ਼ਤੇ ਹੋਰ ਉਡੀਕਣਾ ਪੈਣਾ, ਪਰ ਤੁਸੀਂ ਘਰ ਬੈਠੇ ਹੀ ਔਨਲਾਈਨ ਕੱਪੜੇ ਹੋਣ, ਬੂਟ ਹੋਣ ਜਾਂ ਫਿਰ ਕੋਈ ਵੀ ਹੋਰ ਚੀਜ਼ ਜਿਹਦੀ ਤੁਹਾਨੂੰ ਲੋੜ ਆ, ਘਰ ਬੈਠੇ ਔਨਲਾਈਨ ਤੁਸੀਂ ਉਹਨੂੰ ਆਰਡਰ ਕਰ ਸਕਦੇ, ਤੁਹਾਡੇ ਤੱਕ ਉਹ ਚੀਜ਼ ਪਹੁੰਚਾਈ ਜਾਏਗੀ, ਪਰ ਪਹੁੰਚਾਉਣ ਵੇਲੇ 1 ਮੀਟਰ ਦੀ ਦੂਰੀ ਹੋਣੀ ਜ਼ਰੂਰੀ ਹੈ ਜੀ। ਫੈਕਟਰੀ ਦੇ ਵਿੱਚ ਜੇਕਰ ਕਿਸੇ ਨੂੰ ਪਤਾ ਲੱਗਦਾ ਕਿ ਉਹਨੂੰ 37.5 ਤੋਂ ਉੱਤੇ ਬੁਖਾਰ ਆ ਤਾਂ ਉਹਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ। ਫੈਕਟਰੀਆਂ ਦੇ ਵਿੱਚ ਐਂਟਰੀ 'ਤੇ ਥਰਮਾਮੀਟਰ ਵੀ ਹੋ ਸਕਦੇ ਨੇ, ਜੋ ਕਿ ਐਂਟਰੀ ਵੇਲੇ ਤੁਹਾਡਾ ਚੈੱਕ ਕੀਤਾ ਜਾਵੇ ਕਿ ਤੁਹਾਨੂੰ ਬੁਖਾਰ ਹੈ ਜਾਂ ਨਹੀਂ। ਹੁਣ ਦੇਖਦੇ ਹਾਂ ਜੀ ਉਹ ਸਵਾਲ, ਜਿਨ੍ਹਾਂ ਸਵਾਲਾਂ ਦੀ ਅਸੀਂ ਗੱਲ ਕੀਤੀ ਸੀ ਉਹਨਾਂ ਸਵਾਲਾਂ ਦੇ ਜਵਾਬ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿਹੜੀਆਂ ਚੀਜ਼ਾਂ ਨੇ ਜੋ ਕਿ ਖੁੱਲ੍ਹਣੀਆਂ ਨੇ। ਜਿੱਦਾਂ ਅਸੀਂ ਤੁਹਾਨੂੰ ਦੱਸਿਆ ਵੀ ਖੁੱਲ੍ਹਣ ਵਾਲੀਆਂ ਚੀਜ਼ਾਂ ਨੇ ਸਿਰਫ ਉਹੀ ਜਿਨ੍ਹਾਂ ਦਾ ਕੋਡੀci Ateco ਸਰਕਾਰ ਨੇ ਆਪਣੀ ਵੈਬਸਾਈਟ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ। ਉਸ ਤੋਂ ਬਾਅਦ ਦੇਖਦੇ ਹਾਂ ਜੀ ਬੰਦਿਆਂ ਨੂੰ ਮਾਸਕ ਲਾਉਣ ਦੀ ਲੋੜ ਕਿਸ ਟਾਈਮ ਹੈ। ਸਵਾਲ ਨੰਬਰ 2, ਮਾਸਕ ਕਿਸ ਟਾਈਮ ਲਾਉਣ ਦੀ ਲੋੜ ਹੈ।
ਲੋਮਬਰਦੀਆ ਦੇ ਵਿੱਚ ਜਿਸ ਟਾਈਮ ਵੀ ਤੁਸੀਂ ਘਰੋਂ ਬਾਹਰ ਨਿਕਲਣਾ ਤੁਹਾਡੇ ਕੋਲ ਮਾਸਕ ਅਤੇ ਗੁਆਂਤੀ ਹੱਥਾਂ ਦੇ ਵਿੱਚ ਦਸਤਾਨੇ ਹੋਣੇ ਚਾਹੀਦੇ ਨੇ। ਗੁਆਂਤੀਆਂ ਹੋਣ ਦੀ ਜ਼ਰੂਰਤ ਹੈ ਜੀ, ਸਪੈਸ਼ਲੀ ਜਿਸ ਟਾਈਮ ਤੁਸੀਂ ਕਿਸੇ ਬੰਦ ਜਗ੍ਹਾ, ਕਿਸੇ ਰੂਮ ਦੇ ਵਿੱਚ, ਕਿਸੇ ਦੁਕਾਨ ਦੇ ਵਿੱਚ ਹੋ, ਉੱਥੇ ਜ਼ਰੂਰੀ ਹੈ। ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਵੀ ਬਹੁਤ ਜ਼ਰੂਰੀ ਹੈ। ਜਿਸ ਟਾਈਮ ਤੁਸੀਂ ਕਿਸੇ ਦੇ ਅੰਤਿਮ ਸੰਸਕਾਰ ਦੇ ਵਿਧੀ ਦੇ ਵਿੱਚ ਵੀ ਸ਼ਾਮਿਲ ਲੈ ਰਹੇ ਹੋ, ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ 15 ਬੰਦੇ ਹੀ ਭਾਗ ਲੈ ਸਕਦੇ ਨੇ, ਕਿਉਂਕਿ ਇਕੱਠ ਨਹੀਂ ਕੀਤਾ ਜਾਣਾ ਚਾਹੀਦਾ। ਉਸ ਟਾਈਮ ਵੀ ਤੁਹਾਨੂੰ ਮਾਸਕ ਲਾਉਣ ਦੀ ਲੋੜ ਆ। ਹਰ ਸਟੇਟ ਆਪਣੇ ਹਿਸਾਬ ਦੇ ਨਾਲ ਇਸ ਚੀਜ਼ ਨੂੰ ਲਾਗੂ ਕਰ ਰਹੀ ਜੀ। ਫਿਰੈਂਸੇ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਕਿ ਬੱਸਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ ਜਾਂ ਫਿਰ ਚੀਮੀਤੇਰੀ ਸ਼ਮਸ਼ਾਨ ਘਾਟ ਆ, ਉਹਨਾਂ ਦੇ ਵਿੱਚ ਲਾਉਣ ਦੀ ਲੋੜ ਆ। ਜਦ ਕਿ ਪਾਰਕ ਦੇ ਵਿੱਚ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਲਾਓ, ਪਰ ਓਬਲੀਗੋ ਨਹੀਂ ਹੈਗਾ। ਆਪਣੇ ਲੋਮਬਰਦੀਆ ਦੇ ਵਿੱਚ ਜਿਸ ਟਾਈਮ ਤੁਸੀਂ ਘਰ ਤੋਂ ਬਾਹਰ ਨਿਕਲਣਾ, ਤੁਹਾਡੇ ਹੱਥਾਂ ਦੇ ਵਿੱਚ ਗੁਆਂਤੀਆਂ ਤੇ ਮੂੰਹ ਤੇ ਮਾਸਕ ਹੋਣਾ ਜ਼ਰੂਰੀ ਹੈ ਜੀ। ਸਵਾਲ ਨੰਬਰ 3, ਕੀ ਬੱਚਿਆਂ ਨੂੰ ਵੀ ਮਾਸਕ ਲਾਉਣ ਦੀ ਲੋੜ ਹੈ? ਜਿਨ੍ਹਾਂ ਬੱਚਿਆਂ ਦੀ ਉਮਰ 6 ਸਾਲ ਤੋਂ ਘੱਟ ਹੈ ਉਹ ਮਾਸਕ ਲਾਉਣ ਤੋਂ ਪਰਹੇਜ਼ ਕਰ ਸਕਦੇ ਨੇ, ਪਰ ਫਿਰ ਵੀ ਸੇਫਟੀ ਦੇ ਲਈ ਜੇਕਰ ਬੱਚਾ ਲਾ ਸਕਦਾ ਤਾਂ ਉਹਦਾ ਮਾਸਕ ਲਾਉਣਾ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਬੱਚਿਆਂ ਨੂੰ ਪਾਰਕਾਂ ਦੇ ਵਿੱਚ ਲੈ ਕੇ ਜਾ ਸਕਦੇ ਆ ਜੇਕਰ ਬੱਚਿਆਂ ਦੇ ਨਾਲ ਉਹਨਾਂ ਦਾ ਕੋਈ ਮੰਮੀ ਜਾਂ ਡੈਡੀ ਦੇ ਵਿੱਚੋਂ ਇੱਕ ਆ। ਪਰ ਜਿਹੜੇ ਬੱਚਿਆਂ ਦੀ ਖੇਡਣ ਵਾਲੀਆਂ ਪਾਰਕਾਂ ਦੇ ਵਿੱਚ ਜਗ੍ਹਾ ਉਹ ਹਜੇ ਵੀ ਬੰਦ ਕੀਤੀਆਂ ਗਈਆਂ ਨੇ, ਸਿਰਫ ਸੈਰ ਦੇ ਲਈ ਹੀ ਬੱਚਿਆਂ ਨੂੰ ਬਾਹਰ ਲੈ ਕੇ ਜਾ ਸਕਦੇ ਆ। ਸਵਾਲ ਨੰਬਰ 4, ਮੇਰਾ ਦੂਜਾ ਘਰ ਆ, ਕੀ ਮੈਂ ਉੱਥੇ ਕੁਛ ਨਾ ਕੁਛ ਕੰਮ ਕਰਨ ਲਈ ਜਾ ਸਕਦਾ? ਜਵਾਬ ਹੈ ਜੀ ਨਹੀਂ। ਜੇਕਰ ਤੁਹਾਨੂੰ ਕੋਈ ਅਰਜੈਂਟ ਕੰਮ ਨਹੀਂ ਹੈਗਾ ਤੁਹਾਡੇ ਦੂਜੇ ਘਰ ਦੇ ਵਿੱਚ, ਤਾਂ ਫਿਰ ਤੁਸੀਂ ਬਿਨਾਂ ਵਜ੍ਹਾ ਤੋਂ ਆਪਣੇ ਦੂਜੇ ਘਰ ਦੇ ਵਿੱਚ ਨਹੀਂ ਜਾ ਸਕਦੇ। ਜੇ ਤੁਸੀਂ 4 ਮਈ ਦੇ ਭੁਲੇਖੇ ਨਾਲ ਘਰ ਤੋਂ ਬਾਹਰ ਆਪਣੇ ਦੂਜੇ ਘਰ ਦੇ ਵਿੱਚ ਕੋਈ ਕੰਮ ਕਰਾਉਣ ਜਾ ਰਹੇ ਹੋ ਜਾਂ ਕੋਈ ਇੰਪੋਰਟੈਂਟ ਗੱਲ ਨਹੀਂ ਸੀ ਜਿਸ ਕਰਕੇ ਤੁਸੀਂ ਜਾ ਰਹੇ ਹੋ, ਤਾਂ ਤੁਹਾਨੂੰ ਹੋ ਸਕਦੇ ਜੀ ਜੁਰਮਾਨੇ। ਸਵਾਲ ਨੰਬਰ 5, ਕੀ ਮੈਂ ਆਪਣੇ ਯਾਰਾਂ, ਮਿੱਤਰਾਂ, ਸੱਜਣਾਂ ਨੂੰ, ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਦਾ? ਹਾਂਜੀ, ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਦੇ ਹਾਂ। ਆਪਣੇ 6ਵੇਂ ਗ੍ਰਾਦੋ ਤੱਕ ਅਸੀਂ ਜਾ ਸਕਦੇ ਹਾਂ। ਕਿਸ ਹਿਸਾਬ ਨਾਲ ਕਹਿਣ ਦਾ ਮਤਲਬ, ਤੁਸੀਂ ਆਪਣੇ ਪਾਰਟਨਰ ਦੇ ਹਸਬੈਂਡ ਜਾਂ ਵਾਈਫ ਦੇ ਜਿਹੜੇ ਕਜ਼ਨ ਨੇ ਉਹਨਾਂ ਤੱਕ ਮਿਲਣ ਜਾ ਸਕਦੇ ਹਾਂ। ਆਪਣੇ ਭਾਣਜਿਆਂ ਨੂੰ, ਹਾਂਜੀ, ਭਤੀਜਿਆਂ ਨੂੰ, ਭਾਣਜਿਆਂ ਨੂੰ ਵੀ ਤੁਸੀਂ ਮਿਲ ਸਕਦੇ ਹੋ। ਉਸੇ ਤਰ੍ਹਾਂ ਭਾਣਜੇ ਤੇ ਭਤੀਜੇ ਆਪਣੇ ਚਾਚਿਆਂ ਤੇ ਮਾਮਿਆਂ, ਭੂਆ ਫੁੱਫੜਾਂ ਨੂੰ ਮਿਲ ਸਕਦੇ ਆ ਇਸ ਹਿਸਾਬ ਨਾਲ। ਪਰ ਯਾਰਾਂ, ਦੋਸਤਾਂ, ਮਿੱਤਰਾਂ, ਸੱਜਣਾਂ ਨੂੰ ਮਿਲਣਾ ਮਨਾ ਕੀਤਾ ਗਿਆ ਜੀ। ਇਸ ਕਰਕੇ ਘਰ ਤੋਂ ਬਾਹਰ ਆਪਣੇ ਕਿਸੇ ਮਿੱਤਰ ਸੱਜਣ ਨੂੰ ਮਿਲਣ ਦੇ ਲਈ ਨਾ ਜਾਓ। ਸਿਰਫ ਤਾਂ ਹੀ ਜਾਓ ਜੇਕਰ ਤੁਹਾਨੂੰ ਲੋੜ ਹੈ ਜਾਣ ਦੀ। ਕੀ ਧਾਰਮਿਕ ਸਥਾਨਾਂ ਉੱਤੇ ਜਾਣ ਦੀ ਪਰਮਿਸ਼ਨ ਮਿਲ ਗਈ ਹੈ ਜੀ? ਧਾਰਮਿਕ ਸਥਾਨਾਂ ਉੱਤੇ ਜਾਣ ਦੀ ਪਰਮਿਸ਼ਨ ਬਾਰੇ ਜੇ ਸੋਚਿਆ ਜਾ ਰਿਹਾ ਜੀ, ਪੱਕਾ ਨਹੀਂ ਦੱਸਿਆ ਗਿਆ। ਸਿਰਫ ਅੰਤਿਮ ਸੰਸਕਾਰ ਦੀ ਜਿਹੜੀ ਪ੍ਰਕਿਰਿਆ ਉਹਨੂੰ ਨਿਭਾਉਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ 15 ਬੰਦੇ ਜਾ ਸਕਦੇ ਹਨ। ਸਵਾਲ ਨੰਬਰ 7 ਦੇਖਦੇ ਹਾਂ ਜੀ, ਸਾਈਕਲ ਨੂੰ ਚਲਾ ਸਕਦੇ ਹਾਂ, ਕਸਰਤ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਹਾਂਜੀ, ਕਸਰਤ ਵੀ ਕੀਤੀ ਜਾ ਸਕਦੀ ਹੈ ਜੀ। ਸਾਈਕਲ, ਜੇ ਤੁਹਾਨੂੰ ਸਾਈਕਲ ਚਲਾਉਣ ਦੀ ਆਦਤ ਆ, ਤੁਸੀਂ ਕਸਰਤ ਦਾ ਹਿੱਸਾ ਤੁਹਾਡਾ ਸਾਈਕਲ ਆ, ਤੁਸੀਂ ਸਾਈਕਲ ਚਲਾ ਸਕਦੇ। ਸਾਈਕਲ 'ਤੇ ਤੁਸੀਂ ਫਾਰਮੇਸੀ, ਮੈਡੀਕਲ ਸਟੋਰ ਤੋਂ ਕੋਈ ਦਵਾਈ ਲੈ ਕੇ ਆ ਸਕਦੇ, ਜਾਂ ਫਿਰ ਕਿਸੇ ਦੁਕਾਨ ਤੋਂ ਕੋਈ ਸਮਾਨ ਲੈ ਕੇ ਆਉਣਾ ਤਾਂ ਤੁਸੀਂ ਉਹ ਸਮਾਨ ਵੀ ਲੈ ਕੇ ਆ ਸਕਦੇ ਹੋ। ਕੀ ਮੈਂ ਅੰਤਿਮ ਸੰਸਕਾਰ ਤੇ ਧਾਰਮਿਕ ਰਸਮਾਂ ਦੀ ਆਗਿਆ ਦਿੱਤੀ ਜਾਂਦੀ ਹੈ ਜੀ? ਜਿਹੜਾ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਤੁਹਾਨੂੰ ਦੱਸਿਆ ਕਿ ਜ਼ਿਆਦਾ ਤੋਂ ਜ਼ਿਆਦਾ 15 ਵਿਅਕਤੀ ਜਾ ਸਕਦੇ ਨੇ, ਪਰ ਧਾਰਮਿਕ ਸਥਾਨ ਬਾਰੇ ਹਜੇ ਸੋਚਿਆ ਜਾ ਰਿਹਾ। ਕੀ ਮੈਂ ਰੈਸਟੋਰੈਂਟ ਜਾਂ ਫਿਰ ਫਾਸਟ ਫੂਡ ਰੈਸਟੋਰੈਂਟ ਵਿੱਚ ਜਾ ਸਕਦਾ? ਹਾਂਜੀ, ਤੁਸੀਂ ਰੈਸਟੋਰੈਂਟ ਵਿੱਚ ਜਾ ਸਕਦੇ ਹੋ, ਪਰ ਸਿਰਫ ਆਰਡਰ ਕੀਤੇ ਗਏ ਸਮਾਨ ਨੂੰ ਹੀ ਲੈਣ ਦੇ ਲਈ ਜਾ ਸਕਦੇ ਹੋ। ਰੈਸਟੋਰੈਂਟ ਸਿਰਫ ਘਰ ਵਿੱਚ ਆਰਡਰ ਪਹੁੰਚਾਉਣ ਜਾਂ ਫਿਰ ਆਰਡਰ ਕੀਤੇ ਹੋਏ ਸਮਾਨ ਨੂੰ ਲੈ ਕੇ ਜਾਣ ਲਈ ਹੀ ਖੁੱਲ੍ਹੇ ਹਨ। ਕਹਿਣ ਦਾ ਭਾਵ, ਜੇ ਤੁਸੀਂ ਕੋਈ ਸਮਾਨ ਆਰਡਰ ਕੀਤਾ ਤਾਂ ਉਹੀ ਤੁਹਾਨੂੰ ਫੜਾਉਣ ਦੇ ਲਈ ਖੁੱਲ੍ਹੇ ਨੇ। ਪਰ ਜ਼ਰੂਰੀ ਨੋਟ ਕਰਨ ਵਾਲੀ ਗੱਲ ਇਹ ਹੈ ਜੀ, ਆਰਡਰ ਦੇਣ ਵੇਲੇ ਸਰੀਰਕ ਸੁਰੱਖਿਆ ਦੀ ਦੂਰੀ ਦਾ ਸਤਿਕਾਰ ਹੋਣਾ ਚਾਹੀਦਾ। ਕਹਿਣ ਦਾ ਮਤਲਬ 1 ਮੀਟਰ ਦੂਰ ਹੋਣਾ ਚਾਹੀਦਾ ਬੰਦਾ ਜਿਹੜਾ ਆਰਡਰ ਫੜ ਰਿਹਾ ਜੀ। ਉਹ ਸ਼ਾਇਦ ਕਿਸੇ ਚੀਜ਼ 'ਤੇ ਰੱਖ ਕੇ ਸਾਈਡ 'ਤੇ ਹੋ ਜਾਣ। ਅਤੇ ਰੈਸਟੋਰੈਂਟਾਂ ਦੇ ਵਿੱਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਜੇ ਕਿਸੇ ਬੰਦੇ ਨੂੰ ਬੁਖਾਰ ਹੋ ਗਿਆ ਤਾਂ ਕੀ ਕਰਨਾ ਚਾਹੀਦਾ? ਜਿਨ੍ਹਾਂ ਬੰਦਿਆਂ ਨੂੰ ਬੁਖਾਰ 37.5 ਡਿਗਰੀ ਤੋਂ ਵੱਧ ਅੱਜ ਸਾਹ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਆ, ਉਹ ਹੁਣ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਪਹਿਲਾਂ ਇੱਕ ਸਲਾਹ ਦਿੱਤੀ ਜਾਂਦੀ ਸੀ ਕਿ ਜਿਨ੍ਹਾਂ ਬੰਦਿਆਂ ਨੂੰ ਸਾਹ ਲੈਣ 'ਚ ਪ੍ਰੋਬਲਮ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਲੱਛਣ ਦਿਸ ਰਿਹਾ ਜੋ ਕਿ ਇਸ ਮਹਾਂਮਾਰੀ ਦਾ ਕਾਰਨ ਹੋ ਸਕਦਾ, ਉਹਨਾਂ ਨੂੰ ਪਹਿਲਾਂ ਸਲਾਹ ਦਿੱਤੀ ਜਾਂਦੀ ਸੀ ਕਿ ਉਹ ਘਰ ਤੋਂ ਬਾਹਰ ਨਾ ਰਹਿਣ, ਘਰ ਹੀ ਰਹਿਣ। ਪਰ ਹੁਣ ਇਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਇੱਕ ਓਬਲੀਗੋ ਬਣ ਗਿਆ ਜੀ, ਆਪਣੇ ਡਾਕਟਰ ਦੇ ਨਾਲ ਸੰਪਰਕ ਕਰਨ ਅਤੇ ਆਪਣਾ ਜਿਹੜਾ ਘਰ ਤੋਂ ਬਾਹਰ ਨਾ ਨਿਕਲਣ। ਜਿਹੜੀਆਂ ਡਾਕਟਰ ਦੇ ਕੋਲੋਂ ਪਰਚੀਆਂ ਅਸੀਂ ਮੋਬਾਈਲ ਫੋਨ ਜਾਂ ਈਮੇਲ ਰਾਹੀਂ ਮੰਗਵਾ ਸਕਦੇ ਹਾਂ। ਹਾਂਜੀ, ਮੋਬਾਈਲ ਫੋਨ ਜਾਂ ਫਿਰ ਈਮੇਲ ਰਾਹੀਂ ਤੁਸੀਂ ਮੰਗਾ ਸਕਦੇ ਆ। 19 ਮਾਰਚ 2020 ਤੋਂ ਤੁਸੀਂ ਆਪਣੇ ਕੋਲ ਜਿਹੜੀ ਦਵਾਈ ਵਾਲੀ ਪਰਚੀ ਆ ਇਲੈਕਟ੍ਰੋਨਿਕ ਤੌਰ 'ਤੇ ਉਹਦਾ ਜਿਹੜਾ ਨੰਬਰ ਆ ਮੰਗਵਾ ਸਕਦੇ ਆ, ਜੋ ਕਿ ਜਿਹਦੇ ਲਈ ਤੁਹਾਨੂੰ ਕਾਗਜ਼ੀ ਪਰਚੀ ਜਿਹੜੀ ਲੈਣ ਦੀ ਲੋੜ ਨਹੀਂ ਉੱਥੇ ਜਾਣ ਦੀ। ਮੈਡੀਕਲ ਸਟੋਰ ਦੇ ਵਿੱਚ ਆਪਣਾ ਕੋਡ 6 ਫਿਸਕਾਲੇ ਅਤੇ ਜਿਹੜਾ ਉਹ ਨੰਬਰ ਆ
ਉਹ ਨੰਬਰ ਦੇਣਾ ਤੇ ਉਹਦੇ ਨਾਲ ਤੁਹਾਨੂੰ ਜਿਹੜੀ ਦਵਾਈ ਮਿਲ ਜਾਣੀ ਹੈ ਜੀ। ਇੱਕ ਗੱਲ ਹੋਰ ਯਾਦ ਕਰਨ ਵਾਲੀ ਹੈ ਜੀ, ਜਿਸ ਟਾਈਮ ਬਾਹਰ ਜਾ ਕੇ ਬੱਚਿਆਂ ਦੇ ਨਾਲ ਖੇਡਣਾ, ਬੱਚਿਆਂ ਤਾਂ ਚਲੋ ਬੱਚੇ ਤਾਂ ਨਹੀਂ ਖੇਡ ਸਕਦੇ, ਜਿਸ ਟਾਈਮ ਤੁਸੀਂ ਆਪਣੀ ਕੋਈ ਸਰੀਰਕ ਪ੍ਰਕਿਰਿਆ ਕਰਨੀ ਹੈ, ਆਪਣੀ ਕਸਰਤ ਕਰਨੀ ਹੈ ਸਰੀਰ ਦੀ, ਉਸ ਟਾਈਮ ਜੇ ਇੱਕ ਤੋਂ ਵੱਧ ਬੰਦੇ ਮੌਜੂਦ ਨੇ ਤਾਂ ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਹੋਰ ਕਿਸੇ ਵੀ ਕੇਸ ਦੇ ਵਿੱਚ ਇੱਕ ਮੀਟਰ ਦੀ ਦੂਰੀ ਹੋਣੀ ਜ਼ਰੂਰੀ ਆ। ਅੱਛਾ, ਉਸ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਜ਼ਰੂਰੀ ਹੈ ਗੱਲ, ਜੇ ਕੀ ਪੂਰੇ ਦੇਸ਼ ਦੇ ਵਿੱਚ ਸੁਰੱਖਿਆ ਦੀਆਂ ਪਾਬੰਦੀਆਂ ਲਾਗੂ ਕਾਰਨ ਔਰਤਾਂ ਉੱਤੇ ਹੋ ਰਹੇ ਜੁਰਮ ਵਾਲੀ ਹਿੰਸਾ ਦੇ ਜਿਹੜੇ ਵਿਰੋਧੀ ਕੇਂਦਰ ਨੇ ਕਿ ਉਹ ਵੀ ਬੰਦ ਰਹਿਣਗੇ। ਹਿੰਸਾ ਵਿਰੋਧੀ ਕੇਂਦਰ ਕਿਹੜੇ ਨੇ? ਜਿਹੜਾ ਕਿ ਘਰ ਦੇ ਵਿੱਚ ਵਾਇਲੈਂਸ ਦੇ ਕਾਰਨਾਮੇ ਹੋ ਰਹੇ ਨੇ, ਕੁੱਟ ਮਾਰਨ ਦੇ ਕਾਰਨ ਹੋ ਰਹੇ ਨੇ, ਇਹਨਾਂ ਦੇ ਦੇਖੋ ਜੀ, ਜੇਕਰ ਕਿਸੇ ਵੀ ਔਰਤ ਦੇ ਨਾਲ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਹੋ ਰਹੀ ਤਾਂ 15/1522 ਨੰਬਰ ਤੇ ਫੋਨ ਕਰ ਸਕਦੀ ਹੈ। 11 ਮਾਰਚ ਤੋਂ ਵੀ ਜਿਹੜੇ ਫਰਮਾਨ ਜਾਰੀ ਹੋਏ ਸੀ ਉਹਨਾਂ ਦੇ ਵਿੱਚ ਵੀ ਲਿਖਿਆ ਸੀ ਕਿ ਇਹ ਕੁੱਟਮਾਰ ਦਾ ਜਿਹੜਾ ਇੱਕ ਕਾਰਨ, ਇੱਕ ਬਹੁਤ ਹੀ ਜ਼ਰੂਰੀ ਕਾਰਨਾਂ ਦੇ ਵਿੱਚ ਆ ਜਾਂਦਾ, ਤਾਂ ਇਸ ਕਰਕੇ ਤੁਸੀਂ ਘਰ ਤੋਂ ਬਾਹਰ ਜਾ ਸਕਦੇ ਹੋ ਇਸ ਕਾਰਨ ਕਰਕੇ। ਅੱਛਾ, ZTL ਦੀ ਗੱਲ ਕਰਦੇ ਹਾਂ ਜੀ, ਇਹ ਖੁੱਲ੍ਹੇ ਨੇ ਜਾਂ ਨਹੀਂ ਖੁੱਲ੍ਹੇ ਨੇ? ਜਿਹੜੇ ZTL ਜ਼ੋਨਾ a traffico limitato ਇਹ ਡਿਪੈਂਡ ਕਰਦਾ ਜੀ ਹਰ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ, ਕਿਸ ਸਟੇਟ ਦੇ ਕਿਸ ਸ਼ਹਿਰ ਦੇ ਵਿੱਚ ਕਿਸ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ। ਜੇਕਰ ਅਸੀਂ ਮਿਲਾਨ ਦੀ ਗੱਲ ਕਰੀਏ, ਉਹਦੇ ਵਿੱਚ ਏਰੀਆ B ਤੇ C ਆ ਜਿਹੜਾ ਫਿਲਹਾਲ, ਉਹਦੇ ਵਿੱਚ ਤੁਸੀਂ ਪਾਰਕਿੰਗ ਪੀਲੀਆਂ ਅਤੇ ਨੀਲੀਆਂ ਲਾਈਨਾਂ ਦੇ ਉੱਤੇ ਜਿਹੜੇ ਸਰੀਸ਼ੇ ਉਹਨਾਂ ਦੇ ਉੱਤੇ ਪਾਲਾਜ਼ੋ ਮਰੀਨੋ ਦੇ ਕੋਲ ਆ, ਜੋ ਉਹਨਾਂ ਦੇ ਉੱਤੇ ਤੁਸੀਂ ਆਪਣੀਆਂ ਗੱਡੀਆਂ ਲਾ ਸਕਦੇ ਆ। ਪਵੀਏ ਦੇ ਵਿੱਚ ਜਿਹੜਾ ਉੱਥੇ ਦੇ ਸਿੰਧਕ ਜੋ ਕਿ ਸਰਪੰਚ ਨੇ, ਉਹਨਾਂ ਨੇ ਵੀ ਦੱਸਿਆ ਵੀ ਗੱਡੀਆਂ ਦੀ ਪਾਰਕਿੰਗ ਉੱਥੇ ਫਰੀ ਆ, ਜਿੱਥੇ ਪਹਿਲਾਂ ਪੈਸੇ ਲੱਗਦੇ ਸੀ। ਹਜ਼ੀਂਦਾ ਆਜ਼ਮ ਵਿੱਚ 4 ਮਈ ਤੋਂ ਲੈ ਕੇ 16 ਮਈ ਤੱਕ ਇਹ ਸਾਰੀਆਂ ਚੀਜ਼ਾਂ ਉੱਥੇ ਫਰੀ ਰਹਿਣੀਆਂ। ਜਿਹੜਾ ਜ਼ੋਨਾ ਟ੍ਰੈਫਿਕੋ ਲਿਮਿਟਾਟੋ ਸੀ, ਇਹ ਵੀ ਫਿਲਹਾਲ ਉਹ 4 ਤੋਂ 16 ਤੱਕ ਉਹਨਾਂ ਨੇ ਸਸਪੈਂਡ ਕੀਤਾ ਗਿਆ। ਉਸ ਤੋਂ ਬਾਅਦ ਰੋਮਾ ਦੇ ਵਿੱਚ ਇਹ ਜਿਹੜਾ ਕੁਛ ਹੋਰ ਹਿਸਾਬ ਨਾਲ ਹੋਰ 3 ਫਾਸਿਆਂ ਦੇ ਵਿੱਚ ਆ ਰਿਹਾ, 3 ਲਹਿਰਾਂ ਦੇ ਵਿੱਚ ਆ ਰਿਹਾ, 8:30 ਤੋਂ 11:30, ਤੇ ਇਸ ਹਿਸਾਬ ਦੇ ਨਾਲ ਜਿਹੜਾ ਉੱਥੇ ਦਾ ਟਾਈਮਿੰਗ ਆ ਉਹ ਚੇਂਜ ਹੋ ਰਹੀ ਹੈ ਜੀ ਰੋਮਾ ਦੇ ਵਿੱਚ। ਹਵਾ ਨੂੰ ਸਾਫ਼ ਰੱਖਣ ਦੇ ਲਈ, ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ, ਜੇਕਰ ਇੱਦਾਂ ਦੀਆਂ ਤੁਸੀਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਜਿਨ੍ਹਾਂ ਦੇ ਵਿੱਚ ਪ੍ਰਦੂਸ਼ਣ ਘੱਟ ਹੁੰਦਾ, ਤਾਂ ਸਰਕਾਰ ਜ਼ਰੂਰ ਹੈਲਪ ਕਰੂਗੀ। ਜਿਸ ਤਰ੍ਹਾਂ ਕਿ ਅਸੀਂ ਜੇ ਦੇਖਿਆ ਜਾਵੇ ਤਾਂ ਪਿਛਲੇ ਸਾਲ 3000 ਸਾਈਕਲਾਂ ਬਾਰੀ ਦੇ ਵਿੱਚ ਅੰਤੋਨੀਓ ਦੇ ਕਰੋ, ਜੋ ਕਿ ਉੱਥੇ ਦੇ ਪੂਲੀਆ ਦਾ ਸਿੰਧਕੋ ਨੇ, ਉਹਨਾਂ ਨੇ ਕਿਹਾ ਸੀ 3000 ਤੁਸੀਂ ਸਾਈਕਲਾਂ ਲਓ, ਇਲੈਕਟ੍ਰੋਨਿਕ ਸਾਈਕਲਾਂ, ਅਸੀਂ ਤੁਹਾਨੂੰ ਉਹਦੇ ਉੱਤੇ ਸਬਸਿਡੀ ਦੇਵਾਂਗੇ। ਉਹਨਾਂ ਨੂੰ ਪੈਸੇ ਦਿੱਤੇ ਤੇ ਉਹਦੇ ਨਾਲ 40% ਜਿਹੜਾ ਸਮੋਗ ਘੱਟ ਹੋ ਗਿਆ। 40% ਸਮੋਗ ਘੱਟ ਹੋਣ ਦੇ ਨਾਲ ਇਟਲੀ ਦੇ ਵਿੱਚ ਰਿਪੋਰਟ ਦੇ ਹਿਸਾਬ ਦੇ ਨਾਲ ਇਹ ਸਾਹਮਣੇ ਆਇਆ, ਇਟਲੀ ਦੇ ਵਿੱਚ 1490 ਬੰਦਿਆਂ ਦੀ ਜ਼ਿੰਦਗੀ ਬਚ ਗਈ ਆ। ਤੇ ਇਹ ਇੱਕ ਬਹੁਤ ਹੀ ਵਧੀਆ ਚੀਜ਼ ਹੈ। ਇਸ ਕਰਕੇ ਜਿੰਨਾ ਤੁਸੀਂ ਇਲੈਕਟ੍ਰੋਨਿਕ ਗੱਡੀਆਂ, ਜਿੰਨੀਆਂ ਇਲੈਕਟ੍ਰੋਨਿਕ ਚੀਜ਼ਾਂ ਦੀ ਤੁਸੀਂ ਖਰੀਦਣ ਦੀ ਕੋਸ਼ਿਸ਼ ਕਰੋਗੇ, ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਬਸਿਡੀ ਜ਼ਰੂਰ ਦੇਊਗੀ। 11,000 ਯੂਰਪ ਦੇ ਵਿੱਚ ਬੰਦਿਆਂ ਦੀ ਜਾਨ ਬਚਾਈ ਗਈ ਹੈ, ਕਿਉਂਕਿ ਲੋਕਾਂ ਨੇ ਇਲੈਕਟ੍ਰੋਨਿਕ ਗੱਡੀਆਂ, ਇਲੈਕਟ੍ਰੋਨਿਕ ਸਾਈਕਲ, ਇੱਦਾਂ ਦੀਆਂ ਚੀਜ਼ਾਂ ਖਰੀਦਣੀਆਂ ਸ਼ੁਰੂ ਕੀਤੀਆਂ ਜੀ। ਆਪਣੀ ਲਾਸਟ ਖਬਰ ਵੱਲ ਚੱਲਦੇ ਹਾਂ ਜੀ। ਇਸ ਮਹਾਮਾਰੀ ਨਾਲ ਜੁੜੇ ਤਣਾਅ ਦੇ ਇਸ ਸਮੇਂ ਲੋਕਾਂ ਨੂੰ ਮਨੋਵਿਗਿਆਨਿਕ ਸਹਾਇਤਾ ਲਈ ਕੀ ਸ਼ੁਰੂਆਤ ਕੀਤੀ ਗਈ ਹੈ ਸਰਕਾਰ ਵੱਲੋਂ? ਦੇਖੋ ਜੀ, ਸਿਹਤ ਅਤੇ ਸਿਵਲ ਪ੍ਰੋਟੈਕਸ਼ਨ ਮੰਤਰਾਲੇ ਦੁਆਰਾ ਚਾਲੂ ਕੀਤਾ ਗਿਆ ਇੱਕ ਮਨੋਵਿਗਿਆਨਿਕ ਟੋਲ ਮੁਕਤ ਨੰਬਰ 800 833 833 27 ਅਪ੍ਰੈਲ ਤੋਂ ਚਾਲੂ ਹੈ। ਇਹ ਨੰਬਰ ਜੋ ਕਿ ਵਿਦੇਸ਼ਾਂ ਤੋਂ ਵੀ ਮਿਲ ਸਕਦਾ ਹੈ, ਵਿਦੇਸ਼ ਤੋਂ ਇਟਲੀ ਤੋਂ ਬਾਹਰ ਲਾਉਣ ਦੇ ਲਈ 02 20 22 87 33 ਮਿਲਾ ਕੇ ਤੁਸੀਂ ਗੱਲ ਕਰ ਸਕਦੇ ਹੋ। ਇਹ ਨੰਬਰ ਹਰ ਰੋਜ਼ ਸਵੇਰੇ 8 ਤੋਂ ਰਾਤ ਦੇ 12 ਵਜੇ ਤੱਕ ਲਾਗੂ ਰਹਿੰਦਾ ਹੈ ਜੀ। ਇਹਦੇ ਵਿੱਚ ਅਲੱਗ-ਅਲੱਗ ਬੋਲੀਆਂ ਦੇ ਵਿੱਚ ਵੀ ਗੱਲਬਾਤ ਕੀਤੀ ਜਾਂਦੀ ਹੈ। ਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹ ਸੀ ਸਾਡਾ ਅੱਜ ਦਾ ਅਪਡੇਟ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਗੀ। ਜੇ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਚਿਰ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।